ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਰਾੜੀ ਮਹਿਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰਿ ਆਪੇ ਕਾਰ ਕਮਾਵੇ। ਹਰਿ ਆਪੇ ਹੀ ਮਤਿ ਦੇਵੈ ਸੁਆਮੀ, ਹਰਿ ਆਪੇ ਬੋਲ ਬੁਲਾਵੇ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਹਰਿ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੁਭਾਇਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਵੈਰਾੜੀ ਰਾਗ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇਹ ਅਗੰਮੀ ਬੋਲ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਚੌਥੇ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਹਨ। ਪਾਵਨ ਪਵਿੱਤਰ ਅੰਕ 719 ਅਤੇ 20 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸਤਿਗੁਰੂ ਜੀ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ
ਸਮਝਾ ਰਹੇ ਹਨ। ਆਖ ਰਹੇ ਨੇ ਸਤਿਗੁਰੂ ਜੀ, ਹਰ ਜਨ ਰਾਮ ਨਾਮ ਗੁਣ ਗਾਵੇ। ਹੇ ਭਾਈ, ਪਰਮਾਤਮਾ ਦਾ ਭਗਤ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਆਓ ਕਿ ਜਿਹੜਾ ਰੱਬ ਦਾ ਭਗਤ ਹੈ ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੀ ਉਸਤਤ ਕਰਦਾ ਹੈ, ਉਸ ਨਿਰੰਕਾਰ ਦੀ ਹੀ ਸਿਫਤ ਸਲਾਹ ਕਰਦਾ ਹੈ। ਪਰ ਆਪਾਂ ਵਿਚਾਰੀਏ ਕਿ ਹਰ ਜਨ ਕਿਵੇਂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿਉਂਕਿ ਜਦੋਂ ਗੁਣ ਗਾਉਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਉਹੀ ਮਨੁੱਖ ਗੁਣ ਗਾ ਰਿਹਾ ਜਿਸ ਮਨੁੱਖ ਨੇ ਅੱਖਾਂ ਬੰਦ ਕੀਤੀਆਂ ਨੇ, ਹੱਥ ਵਿੱਚ ਮਾਲਾ ਫੜੀ ਹੋਈ ਹੈ, ਉਹ ਪਰਮਾਤਮਾ ਦੇ ਗੁਣ ਗਾ ਰਿਹਾ ਹੈ। ਪਰ ਸਤਿਗੁਰੂ ਜੀ ਸਾਨੂੰ ਬਾਣੀ ਦੇ ਰਾਹੀਂ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਕਿਰਤ ਕਰਦਿਆਂ, ਸੇਵਾ ਕਰਦਿਆਂ ਉਸ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਦਾ ਹੈ, ਸਮਝ ਲਓ ਉਹ ਪਰਮੇਸ਼ਰ ਦੇ ਗੁਣ ਗਾ ਰਿਹਾ ਹੈ। ਆਓ ਕਿ ਗੁਣ ਗਾਉਣ ਦਾ ਜੋ ਤਰੀਕਾ ਹੈ ਉਹ ਹੈ ਸੰਸਾਰ ਦੇ ਵਿੱਚ ਕਿਰਤ ਕਰਦਿਆਂ, ਗ੍ਰਸਤੀ ਜੀਵਨ ਪਰਿਵਾਰ 'ਚ ਰਹਿੰਦਿਆਂ ਉਸ ਮਾਲਕ ਨੂੰ ਹਰ ਵੇਲੇ ਚੇਤੇ ਰੱਖਣਾ। ਇੱਕ ਵਾਰ ਕੀ ਹੋਇਆ, ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਦੇ ਕੋਲ ਗਏ। ਬੜੀ ਉਪਮਾ ਸੁਣੀ ਸੀ ਕਿ ਭਗਤ ਨਾਮਦੇਵ ਜੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਪਿਆਰ ਵਾਲਿਓ, ਸੱਚ ਜਾਣਨਾ, ਜਦੋਂ ਉੱਥੇ ਤ੍ਰਿਲੋਚਨ ਜੀ ਪਹੁੰਚੇ ਤਾਂ ਭਗਤ ਨਾਮਦੇਵ ਜੀ, ਕਿਉਂਕਿ ਛਿੰਮੇ ਸਨ ਜਾਤ ਦੇ ਅਤੇ ਛਪਾਈ ਦਾ ਕੰਮ ਸੀ, ਕੱਪੜਿਆਂ ਦੀ ਛਪਾਈ ਕਰ ਰਹੇ ਸਨ, ਕੱਪੜਿਆਂ ਦੀ ਰੰਗਾਈ ਕਰ ਰਹੇ ਸਨ। ਵੇਖਦੇ ਸਾਰ ਬੜੇ ਹੈਰਾਨ ਹੋਏ ਕਿ ਸੁਣਿਆ ਸੀ ਤੁਸੀਂ ਤਾਂ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹੋ ਹਰ ਵੇਲੇ, ਪਰ ਤੁਸੀਂ ਤਾਂ ਇਸ ਸੰਸਾਰ ਦੇ ਕੰਮ ਵਿੱਚ, ਮਾਇਆ ਵਿੱਚ ਗਲਤਾਨ ਹੋ। ਉਹਨਾਂ ਨੇ ਬੜੇ ਪਿਆਰੇ ਬਚਨ ਆਖੇ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਭਗਤ ਤ੍ਰਿਲੋਚਨ ਜੀ ਨੇ ਆਖਿਆ ਭਗਤ ਨਾਮਦੇਵ ਜੀ ਨੂੰ, ਤੁਸੀਂ ਤੇ ਮਾਇਆ ਵਿੱਚ ਖਚਿਤ ਹੋ, ਗਲਤਾਨ ਹੋ, ਮੋਹੇ ਹੋਏ ਹੋ। ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛਿਪੋ ਛਾਇ ਲੈ ਰਾਮ ਨਾ ਲਾਭੋ ਚੀਤ। ਆਖਣ ਲੱਗੇ, ਰਿਆ ਛਿੰਮੇ ਦਾ ਛਿੰਬਾਈ, ਤੂੰ ਕਿਉਂ ਪਰਮਾਤਮਾ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਨਹੀਂ ਜੋੜਦਾ, ਪਰਮਾਤਮਾ ਦੀ ਬੰਦਗੀ ਕਿਉਂ ਨਹੀਂ ਕਰਦਾ, ਰੱਬ ਦੇ ਗੁਣ ਕਿਉਂ ਨਹੀਂ ਗਾਉਂਦਾ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਹੋਵੇ, ਜਿਹੜਾ ਮਾਲਾ ਫੇਰ ਰਿਹਾ ਹੋਵੇ, ਉਹੀ ਪਰਮਾਤਮਾ ਦੇ ਗੁਣ ਗਾ ਰਿਹਾ ਹੈ, ਕਿਉਂਕਿ ਭਗਤ ਨਾਮਦੇਵ ਜੀ ਤਾਂ ਆਪਣੇ ਕੰਮ 'ਚ ਲੱਗੇ ਹੋਏ ਨੇ। ਅੱਗੋਂ ਆਖਣ ਲੱਗੇ ਕਿ ਜੀਵਨ 'ਚ ਤੁਹਾਨੂੰ ਭੁਲੇਖਾ ਹੋਏਗਾ ਕਿ ਉਹੀ ਗੁਣ ਗਾਉਂਦਾ ਜਿਹੜੇ ਨੇ ਅੱਖਾਂ ਬੰਦ ਕੀਤੀਆਂ ਨੇ ਜਾਂ ਮਾਲਾ ਫੇਰ ਰਿਹਾ। ਭਗਤ ਨਾਮਦੇਵ ਜੀ ਕਹਿੰਦੇ, ਮੇਰੇ ਮਿੱਤਰ ਤ੍ਰਿਲੋਚਨ ਜੀ, ਗੱਲ ਇਸ ਤਰ੍ਹਾਂ ਨਹੀਂ। ਅਸਲ ਗੱਲ ਤਾਂ ਇਹ ਹੈ ਕਿ ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ। ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਨੂੰ ਆਖਦੇ ਨੇ ਕਿ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਸੰਭਾਲਣਾ ਚਾਹੀਦਾ ਹੈ, ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ, ਮੁਖ ਨਾਲ ਪਰਮਾਤਮਾ ਦੇ ਗੁਣ ਗਾਣੇ ਚਾਹੀਦੇ ਹਨ। ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰਨਾ ਅਤੇ ਆਪਣੇ ਚਿੱਤ ਨੂੰ ਨਿਰੰਜਨ ਦੇ ਨਾਲ ਜੋੜ ਕੇ ਰੱਖਣਾ। ਇਸ ਤਰ੍ਹਾਂ ਦੀ ਬੰਦਗੀ ਕਰਦੇ ਨੇ ਹਰੀ ਦੇ ਜਨ, ਜਿਸ ਨੂੰ ਸਤਿਗੁਰ ਆਖ ਰਹੇ ਨੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ। ਜੇ ਕੋਈ ਮਨੁੱਖ ਹਰੀ ਦੇ ਭਗਤ ਦੀ ਨਿੰਦਾ ਕਰਦਾ ਹੈ ਤਾਂ ਹਰੀ ਦਾ ਭਗਤ ਕੀ ਕਰਦਾ ਹੈ? ਸਤਿਗੁਰ ਆਖਣ ਲੱਗੇ, ਆਪਣਾ ਗੁਣ ਨਾ ਗਵਾਵੇ। ਉਹ ਆਪਣੇ ਗੁਣ ਨੂੰ ਗਵਾਉਂਦਾ ਨਹੀਂ, ਪਾਓ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ, ਜੋ ਉਸਦਾ ਪਰਉਪਕਾਰੀ ਸੁਭਾਅ ਹੈ, ਜਿਹੜਾ ਉਸਦਾ ਸੰਸਾਰ ਦੇ ਵਿੱਚ ਇਮਾਨਦਾਰੀ ਵਾਲਾ ਸੁਭਾਅ ਹੈ, ਸੇਵਾ ਵਾਲਾ ਉਹਦਾ ਸੁਭਾਅ ਬਣਿਆ, ਪਰਉਪਕਾਰ ਵਾਲਾ ਸੁਭਾਅ ਬਣਿਆ, ਉਹ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ ਹੈ। ਉਹ ਹਮੇਸ਼ਾ ਉਸ ਸੁਭਾਅ ਦੇ ਵਿੱਚ ਪਰਪੱਕ ਰਹਿੰਦਾ, ਪਾਓ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਹੈ, ਇਸ ਤਰ੍ਹਾਂ ਆਪਣੇ ਜੀਵਨ ਨੂੰ ਘੜ ਲੈਂਦਾ ਹੈ। ਇੱਕ ਵਾਰ ਦੀ ਗੱਲ ਕਿ ਇੱਕ ਮੁਸਾਫਰ ਰਸਤੇ ਵਿੱਚ ਤੁਰਿਆ ਜਾ ਰਿਹਾ ਸੀ ਅਤੇ ਇੱਕ ਗੁਰਮੁਖ ਜਨ ਨਦੀ ਦੇ ਕਿਨਾਰੇ 'ਤੇ ਖਲੋਤੇ ਹੋਏ ਨੇ, ਪਾਣੀ ਵਿੱਚ ਹੱਥ ਪਾਉਂਦੇ ਨੇ, ਫਿਰ ਕੱਢ ਲੈਂਦੇ ਨੇ।
ਦੂਰੋਂ ਵੇਖਿਆ ਉਸਨੇ, ਪਤਾ ਨਹੀਂ ਇਹ ਗੁਰਮੁਖ ਜਨ ਕੀ ਕਰ ਰਿਹਾ, ਇਹ ਸੰਤ ਰੱਬ ਦਾ ਪਿਆਰਾ ਭਗਤ ਕੀ ਕਰ ਰਿਹਾ। ਨੇੜੇ ਜਾ ਕੇ ਵੇਖਿਆ ਤੇ ਉਹ ਪਾਣੀ ਵਿੱਚੋਂ ਵਿਛੂ ਨੂੰ ਕੱਢ ਰਹੇ ਸਨ। ਤੇ ਪਿਆਰ ਵਾਲਿਓ, ਸੱਚ ਜਾਣਨਾ, ਜਦੋਂ ਉਹ ਵਿਛੂ ਨੂੰ ਕੱਢਦੇ ਸਨ ਤੇ ਉਸ ਵੇਲੇ ਵਿਛੂ ਉਹਨਾਂ ਨੂੰ ਡੰਗ ਮਾਰਦਾ ਸੀ, ਫਿਰ ਪਾਣੀ 'ਚ ਡਿੱਗ ਜਾਂਦਾ ਸੀ। ਉਹ ਫਿਰ ਕੱਢਦੇ ਸਨ, ਫਿਰ ਵਿਛੂ ਡੰਗ ਮਾਰਦਾ ਸੀ, ਫਿਰ ਉਹ ਵਿਛੂ ਪਾਣੀ 'ਚ ਡਿੱਗ ਜਾਂਦਾ ਸੀ ਤੇ ਡੁੱਬਣ ਲੱਗ ਪੈਂਦਾ ਸੀ। ਉਸ ਡੁੱਬਦੇ ਨੂੰ ਉਹ ਗੁਰਮੁਖ ਪਿਆਰੇ ਬਚਾ ਰਹੇ ਸਨ। ਤੇ ਉਸ ਮੁਸਾਫਰ ਨੇ ਕਿਹਾ, ਜਿਹੜਾ ਰਸਤੇ ਨੂੰ ਤੁਰਿਆ ਜਾ ਰਿਹਾ ਸੀ ਨਦੀ ਦੇ ਕਿਨਾਰੇ 'ਤੇ, ਆਖਣ ਲੱਗੇ, ਤੁਹਾਨੂੰ ਪਤਾ ਹੈ ਜੇ ਇਹ ਬਿੱਛੂ ਤੁਹਾਨੂੰ ਡੰਗ ਮਾਰਦਾ ਤੇ ਡੁੱਬਦਾ ਹੈ ਤੇ ਪਰੇ ਡੁੱਬੇ, ਤੁਸੀਂ ਕੀ ਲੈਣਾ? ਤੁਸੀਂ ਬਚਾਉਣ ਦੀ ਕੋਸ਼ਿਸ਼ ਕਰੋ, ਇਹ ਆਪ ਜੀ ਨੂੰ ਡੰਗ ਮਾਰ ਰਿਹਾ। ਤੇ ਉਸ ਗੁਰਮੁਖ ਜਨ ਨੇ ਬੜੀ ਪਿਆਰੀ ਗੱਲ ਆਖੀ ਕਿ ਬਿੱਛੂ ਦਾ ਸੁਭਾਅ ਹੈ ਡੰਗ ਮਾਰਨਾ, ਇਸਨੇ ਡੰਗ ਹੀ ਮਾਰਨਾ ਹੈ, ਔਰ ਮੇਰਾ ਸੁਭਾਅ ਹੈ ਇਸ ਨੂੰ ਬਚਾਉਣਾ। ਇਸ ਤਰੀਕੇ ਦਾ ਜੀਵਨ ਹੋਣਾ ਚਾਹੀਦਾ ਹੈ, ਹਰੀ ਦੇ ਭਗਤ ਦਾ ਪਰਉਪਕਾਰੀ ਜੀਵਨ ਹੋਣਾ ਚਾਹੀਦਾ ਹੈ। ਕੋਈ ਉਸਦਾ ਬੁਰਾ ਵੀ ਕਰੇ ਤਾਂ ਵੀ ਉਹ ਭਲਾ ਕਰਦਾ ਹੈ, ਕਿਉਂਕਿ ਉਸਨੂੰ ਇਹ ਗੱਲ ਸਮਝ ਆ ਜਾਂਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਝ ਪਾਏ। ਇਸ ਕਰਕੇ ਹਰੀ ਦਾ ਭਗਤ ਪਰਮਾਤਮਾ ਦੇ ਗੁਣ ਗਾਉਂਦਾ। ਇਸ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦੇਵਗੰਧਾਰੀ ਰਾਗ ਦੇ ਵਿੱਚ ਵੀ ਆਖਿਆ। ਆਖਣ ਲਗੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ, ਵੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਸਲ ਵਿੱਚ ਕੋਈ ਚੰਗਾ ਆਖੇ ਭਾਵੇਂ ਮਾੜਾ ਆਖੇ, ਹਰੀ ਦਾ ਜਨਤਾ ਆਪਣੇ ਤਨ ਨੂੰ ਅਕਾਲ ਪੁਰਖ ਦੇ ਅੱਗੇ ਅਰਪਣ ਕਰ ਦਿੰਦਾ ਹੈ। ਇਸ ਤਰ੍ਹਾਂ ਦਾ ਹਰੀ ਦਾ ਭਗਤ ਹੁੰਦਾ ਹੈ। ਉਹ ਆਪਣੇ ਸੁਭਾਅ ਨੂੰ, ਆਪਣੀ ਚੰਗੀ ਆਦਤ ਨੂੰ ਕਦੀ ਨਹੀਂ ਤਿਆਗਦਾ। ਅਗਲੇ ਵਚਨ ਕੀਤੇ ਸਤਿਗੁਰੂ ਜੀ ਨੇ, ਜੋ ਕੁਛ ਕਰੇ ਸੋ ਆਪੇ ਸੁਆਮੀ। ਜੋ ਕੁਛ ਕਰ ਰਿਹਾ ਪਰਮਾਤਮਾ, ਸੁਆਮੀ ਦਾ ਅਰਥ ਹੈ ਮਾਲਕ, ਆਪ ਹੀ ਸਭ ਕੁਝ ਕਰ ਰਿਹਾ ਹੈ। ਹਰ ਆਪੇ ਕਾਰ ਕਮਾਵੇ, ਆਪੇ ਹੀ ਜੀਵਾਂ ਪਾਸੋਂ ਸਾਰੇ ਕੰਮ ਕਰਵਾ ਰਿਹਾ ਹੈ। ਆਓ ਕਿ ਹਰੀ ਦਾ ਭਗਤ ਇਹ ਗੱਲ ਸਮਝ ਲੈਂਦਾ, ਜੇ ਕੋਈ ਮੇਰੀ ਨਿੰਦਾ ਕਰ ਰਿਹਾ, ਮੈਂ ਉਸਨੂੰ ਕੋਈ ਮਾੜਾ ਆਖ ਰਿਹਾ, ਤਾਂ ਇਹ ਵੀ ਮਾਲਕ ਆਪ ਹੀ ਪਰਉਪਕਾਰ ਕਰ ਰਿਹਾ, ਇਸ ਦੇ ਵਿੱਚ ਵੀ ਕੋਈ ਭਲਾ ਹੋਵੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਆਖਿਆ ਸੀ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਮੈਨੂੰ ਨਿੰਦੇ ਹੋ ਤਾਂ ਨਿੰਦੋ, ਕਿਉਂਕਿ ਜਿਹੜਾ ਬੰਦਾ ਨਿੰਦਦਾ ਹੈ ਉਹ ਦੂਜੇ ਮਨੁੱਖ ਦੀਆਂ ਗਲਤੀਆਂ, ਔਗੁਣ, ਬੁਰਾਈਆਂ, ਮਾੜੀਆਂ ਆਦਤਾਂ ਉਹ ਦੂਰ ਕਰਾ ਦਿੰਦਾ ਹੈ। ਕਿਉਂਕਿ ਜਿਵੇਂ ਜਿਵੇਂ ਬੰਦੇ ਦੀ ਨਿੰਦਾ ਸੁਣਦਾ ਬੰਦਾ ਲੋਕਾਂ ਵਿੱਚ ਜਾ ਕੇ, ਅਤੇ ਉਹ ਆਪਣੀਆਂ ਮਾੜੀਆਂ ਆਦਤਾਂ, ਬੁਰਾਈਆਂ ਜੀਵਨ ਵਿੱਚੋਂ ਤਿਆਗ ਦਿੰਦਾ। ਇਸ ਕਰਕੇ ਜੋ ਕੁਛ ਵੀ ਕਰ ਰਿਹਾ ਹੈ, ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰ ਰਿਹਾ, ਅਤੇ ਹਰੀ ਦਾ ਭਗਤ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਫਿਰ ਆਖਣ ਲੱਗੇ, ਹਰ ਆਪੇ ਹੀ ਮਤ ਦੇਵੈ ਸੁਆਮੀ। ਹਰੀ ਪਰਮਾਤਮਾ ਆਪੇ ਹੀ ਮਤ ਦਿੰਦਾ ਹੈ। ਹਰ ਆਪੇ ਬੋਲ ਬੁਲਾਵੇ। ਹਰੀ ਪਰਮਾਤਮਾ ਆਪ ਹੀ ਜੀਵਾਂ ਵਿੱਚ ਬੈਠ ਕੇ ਬੋਲਦਾ ਹੈ ਅਤੇ ਆਪ ਹੀ ਜੀਵਾਂ ਨੂੰ ਬੁਲਾਉਂਦਾ ਹੈ। ਜਿਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਜੋ ਬੁਲਾਵੈਂ ਤਿਉ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਹਾਰਾਜ ਜਿਵੇਂ ਤੂੰ ਬੁਲਾਉਂਦਾ ਉਸ ਤਰ੍ਹਾਂ ਬੋਲਦੇ ਹਾਂ, ਸਾਡੀ ਕੀ ਤਾਕਤ ਹੈ। ਪਾਓ ਕਿ ਵਾਹਿਗੁਰੂ ਆਪ ਹੀ ਜੀਵਾਂ 'ਚ ਬੈਠ ਕੇ ਬੋਲਦਾ, ਆਪ ਹੀ ਬੁਲਾਉਂਦਾ ਹੈ। ਇਸ ਕਰਕੇ ਗੁਰਬਾਣੀ ਨੇ ਆਖਿਆ, ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ, ਸੋ ਹਰ ਜਾਪਤ ਹੈ ਨਹੀਂ ਹੋਰ। ਜੋ ਵੀ ਇਹ ਪੰਛੀ ਬੋਲਦੇ ਨੇ, ਮੀਨ ਮੱਛੀ ਜੋ ਬੋਲ ਰਹੀ ਹੈ, ਹੋਰ ਪੰਖੀ ਜੋ ਬੋਲ ਰਹੇ ਹਨ, ਉਹ ਸਭ ਪਰਮਾਤਮਾ ਦੀ ਹੀ ਬੋਲ ਰਹੇ ਨੇ, ਜਾਂ ਪਰਮਾਤਮਾ ਜਿਵੇਂ ਉਹਨਾਂ ਨੂੰ ਬੁਲਾ ਰਿਹਾ ਉੱਦਾਂ ਬੋਲ ਰਹੇ ਨੇ। ਅਤੇ ਸਤਿਗੁਰ ਆਖਦੇ ਨੇ, ਹਰ ਆਪੇ ਪੰਜ ਤੱਤ ਵਿਸਥਾਰਾ। ਹਰੀ ਪਰਮਾਤਮਾ ਨੇ ਆਪ ਹੀ ਪੰਜ ਤੱਤਾਂ ਦਾ ਵਿਸਥਾਰ ਕੀਤਾ ਹੈ। ਇਹ ਸਾਰਾ ਜਗਤ ਜਿਹੜਾ ਪੰਜ ਤੱਤਾਂ ਦਾ ਹੀ ਵਿਸਥਾਰ ਹੈ। ਵਿੱਚ ਧਾਤੂ ਪੰਜ ਆਪ ਪਾਵੇ। ਉਹਨਾਂ ਪੰਜ ਤੱਤਾਂ ਦੇ ਪੰਜ ਤਰ੍ਹਾਂ ਦੇ ਸੁਭਾਅ ਨੇ, ਰਸ ਹੈ, ਰੂਪ ਹੈ, ਗੰਧ ਹੈ, ਸ਼ਬਦ ਹੈ, ਸਪਰਸ ਹੈ। ਇਹ ਪੰਜ ਤੱਤ ਨੇ ਅਤੇ ਪੰਜ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਨੇ ਪ੍ਰਭਾਵ ਨੇ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜ ਤੱਤ ਰੂਪ ਦੇ ਰਾਹੀਂ ਪ੍ਰਭਾਵ ਪਾਉਂਦਾ ਹੈ, ਰੰਗ ਦੇ ਰਾਹੀਂ ਪ੍ਰਭਾਵ ਪਾਉਂਦਾ ਹੈ, ਸੁਗੰਧ ਦੇ ਰਾਹੀਂ ਪ੍ਰਭਾਵ ਪਾਉਂਦਾ ਹੈ, ਸਪਰਸ਼ ਦੇ ਰਾਹੀਂ ਪ੍ਰਭਾਵ ਪਾਉਂਦਾ ਹੈ, ਸ਼ਬਦ ਦੇ ਰਾਹੀਂ ਪ੍ਰਭਾਵ ਪਾਉਂਦਾ। ਇਹ ਪੰਜ ਤੱਤਾਂ ਦੇ ਪੰਜ ਜਿਹੜੀਆਂ ਧਾਤੂਆਂ ਨੇ, ਅਤੇ ਇਸ ਤਰ੍ਹਾਂ ਸਾਰੀ ਮਾਨਵਤਾ ਦੇ ਉੱਤੇ ਪ੍ਰਭਾਵ ਪਾਉਂਦੀਆਂ। ਇਸ ਕਰਕੇ ਅਸੀਂ ਵੇਖਦੇ ਹਾਂ ਕਿ ਘਰ ਦੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ ਹੈ, ਦੋਨਾਂ ਦਾ ਸੁਭਾਅ ਅੱਡ ਅੱਡ ਹੁੰਦਾ ਹੈ।
ਇਹ ਸਭ ਪੰਜ ਤੱਤਾਂ ਦੀ ਘਾੜਤ ਕਰਕੇ ਹੀ ਹੈ। ਕਿਸੇ ਬੱਚੇ ਦੇ ਅੰਦਰ ਕੋਈ ਤੱਤ ਵੱਧ ਹੈ, ਕਿਸੇ ਦੇ ਅੰਦਰ ਕੋਈ ਤੱਤ ਵੱਧ ਹੈ, ਇਸ ਕਰਕੇ ਆਪਸ ਵਿੱਚ ਉਹਨਾਂ ਦੇ ਸੁਭਾਅ ਨਹੀਂ ਮਿਲਦੇ, ਇਸ ਕਰਕੇ ਝਗੜੇ ਹੁੰਦੇ ਨੇ, ਕਲੇਸ਼ ਹੁੰਦੇ ਨੇ। ਸਤਿਗੁਰ ਕਹਿੰਦੇ ਇਹ ਕਲੇਸ਼ ਕਿਵੇਂ ਮਿਟਣ? ਅਗਲੇ ਵਚਨ ਬੜੇ ਕਮਾਲ ਦੇ ਕੀਤੇ ਮਹਾਰਾਜ ਨੇ, ਜਨ ਨਾਨਕ ਸਤਿਗੁਰ ਮੇਲੇ ਆਪੇ। ਹੇ ਦਾਸ ਨਾਨਕ, ਧੰਨ ਗੁਰੂ ਰਾਮਦਾਸ ਪਿਤਾ ਆਖ ਰਹੇ ਨੇ, ਆਪ ਹੀ ਪਰਮਾਤਮਾ ਆਪਣੇ ਨਾਲ ਮੇਲਦਾ ਹੈ ਤੇ ਹਰ ਆਪੇ ਝਗਰ ਚੁਕਾਵੈ। ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਕੇ ਤੇ ਆਪੇ ਹੀ ਅਕਾਲ ਪੁਰਖ ਵਾਹਿਗੁਰੂ ਸਾਰੇ ਝਗੜ ਦਾ ਅਰਥ ਹੈ ਕਲੇਸ਼, ਉਹ ਦੂਰ ਕਰ ਦਿੰਦਾ ਹੈ। ਸਾਰੇ ਝਗੜੇ ਜਿਹੜੇ ਨੇ ਉਹ ਚੁਕਾਵੇ ਦਾ ਅਰਥ ਹੈ ਖਤਮ ਕਰ ਦਿੰਦਾ, ਮੁਕਾ ਦਿੰਦਾ ਜੀਵਨ ਵਿੱਚੋਂ। ਜੀਵਨ ਵਿੱਚ ਹੋਈ ਕੋਈ ਝਗੜਾ, ਕੋਈ ਕਲੇਸ਼ ਜੀਵਨ ਵਿੱਚ ਨਹੀਂ ਰਹਿੰਦਾ। ਸੋ ਐਸਾ ਜੀਵਨ ਹੁੰਦਾ ਹੈ ਹਰੀ ਦੇ ਭਗਤ ਦਾ, ਹਰੀ ਦੇ ਜਨ ਦਾ, ਜੋ ਪਰਮਾਤਮਾ ਦੇ ਗੁਣ ਗਾਉਂਦਾ। ਇੱਕ ਦਿਨ ਉਹ ਸੰਸਾਰ ਵਿੱਚ ਰਹਿੰਦੇ ਆ, ਬਿਲਕੁਲ ਨਿਰਲੇਪ ਹੋ ਜਾਂਦਾ ਹੈ, ਸਾਰੇ ਝਗੜੇ ਮਿਟ ਜਾਂਦੇ ਹਨ। ਇਸ ਕਰਕੇ ਸਤਿਗੁਰ ਕਿਰਪਾ ਕਰਨ ਔਰ ਅਰਦਾਸ ਕਰੀਏ ਆਪਾਂ ਸਾਰੇ, ਅਕਾਲ ਪੁਰਖ ਸਾਨੂੰ ਵੀ ਆਪਣੇ ਭਗਤ ਬਣਾਓ, ਅਸੀਂ ਵੀ ਤੇਰੀ ਭਗਤੀ ਕਰੀਏ, ਤਾਂ ਕਿ ਸਾਡੇ ਜੀਵਨ ਦੇ ਸਾਡੇ ਕਲੇਸ਼, ਦੁੱਖ, ਝਗੜੇ, ਲੜਾਈ, ਨਫ਼ਰਤ, ਮੇਰ ਤੇਰ ਇਹ ਸਾਰਾ ਮੁੱਕ ਜਾਏ। ਜਿਨ੍ਹਾਂ ਦੇ ਜੀਵਨ ਵਿੱਚੋਂ ਇਹ ਮੇਰ ਤੇਰ ਮੁੱਕ ਜਾਂਦੀ ਹੈ ਔਰ ਜਿਨ੍ਹਾਂ ਦੇ ਜੀਵਨ ਦੇ ਅੰਦਰ ਸ਼ੁਭ ਗੁਣ ਆ ਜਾਂਦੇ ਹਨ, ਉਹਨਾਂ ਦਾ ਜੀਵਨ ਧਨਤਾ ਦੇ ਯੋਗ ਹੋ ਜਾਂਦਾ ਹੈ। ਸੋ ਸਤਿਗੁਰੂ ਦੇ ਚਰਨਾਂ ਸਾਰੇ ਮਿਲ ਕੇ ਅਰਦਾਸ ਕਰੋ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ, ਇਹ ਪੀਤਰ ਤੇ ਇनको ਡਾਰੋ, ਆਪਨ ਨਿਕਟ ਬੁਲਾਵੋ। ਇਤਨੇ ਵਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।